प्यारे विद्यार्थियों, ਤੁਹਾਡਾ ਇਸ YouTube ਚੈਨਲ ਗਵਰਨਮੈਂਟ ਗਰਲਜ਼ ਹਾਈ ਸਕੂਲ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ 10ਵੀਂ ਜਮਾਤ ਦੇ ਪਹਿਲੇ ਲੈਸਨ ਆਫਿਸ ਟੂਲਸ ਬਾਰੇ ਪੜਾਂਗੇ। ਇਸ ਦੇ ਵਿੱਚ ਤੁਹਾਨੂੰ ਸੌਫਟਵੇਅਰ ਬਾਰੇ ਦੱਸਿਆ ਗਿਆ ਹੈ। ਸੌਫਟਵੇਅਰ ਦੋ ਕਿਸਮ ਦੇ ਹੁੰਦੇ ਹਨ। ਪ੍ਰੋਗਰਾਮਾਂ ਦੇ ਸਮੂਹ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ। ਇੱਕ ਹੈ ਸਿਸਟਮ ਸੌਫਟਵੇਅਰ, ਸੈਕਿੰਡ ਹੈ ਐਪਲੀਕੇਸ਼ਨ ਸੌਫਟਵੇਅਰ। ਕੰਪਿਊਟਰ ਨੂੰ ਕੰਟਰੋਲ ਕਰਨ ਲਈ ਸਿਸਟਮ ਸੌਫਟਵੇਅਰ ਵਰਤੇ ਜਾਂਦੇ ਹਨ। ਕਿਸੇ ਖਾਸ ਕੰਮ ਕਰਨ ਲਈ ਐਪਲੀਕੇਸ਼ਨ ਸੌਫਟਵੇਅਰ ਵਰਤੇ ਜਾਂਦੇ ਹਨ। ਇਸ ਦੇ ਵਿੱਚ ਹਾਰਡਵੇਅਰ ਜੋ ਤੁਹਾਡੇ ਕੰਪਿਊਟਰ ਦੇ ਵਿੱਚ ਲੱਗਿਆ ਹੋਇਆ ਹੈ, ਉਹ ਉਸ ਦੇ ਸਭ ਤੋਂ ਜ਼ਿਆਦਾ ਨੇੜੇ ਕਿਹੜਾ ਸੌਫਟਵੇਅਰ ਹੈ? ਸਿਸਟਮ ਸੌਫਟਵੇਅਰ। ਸਿਸਟਮ ਸੌਫਟਵੇਅਰ ਤੋਂ ਬਾਅਦ ਐਪਲੀਕੇਸ਼ਨ ਸੌਫਟਵੇਅਰ ਤਿਆਰ ਹੁੰਦਾ ਹੈ, ਜੋ ਇੱਕ ਵਿਸ਼ੇਸ਼ ਕੰਮ ਤਿਆਰ ਕਰਨ ਲਈ ਕੀਤੇ ਜਾਂਦੇ ਹਨ। ਸੋ ਇਸ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ ਸਿਸਟਮ ਸੌਫਟਵੇਅਰ ਦੇ ਨੇੜੇ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਹੈ। ਇਸ ਤੋਂ ਬਾਅਦ ਯੂਜ਼ਰ ਆ ਜਾਂਦੇ ਹਨ, ਜੋ ਇਹ ਸੌਫਟਵੇਅਰ ਅਤੇ ਹਾਰਡਵੇਅਰ ਨੂੰ ਯੂਜ਼ ਕਰਦੇ ਹਨ। ਸੋ ਸਿਸਟਮ ਐਪਲੀਕੇਸ਼ਨ ਸੌਫਟਵੇਅਰ ਜਿਹੜਾ ਹੈ ਉਹ ਯੂਜ਼ਰ ਦੇ ਨੇੜੇ ਹੁੰਦਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਯੂਜ਼ਰ ਅਤੇ ਹਾਰਡਵੇਅਰ ਦੇ ਵਿੱਚ ਐਪਲੀਕੇਸ਼ਨ ਸੌਫਟਵੇਅਰ ਜਿਹੜਾ ਹੈ ਉਹ ਯੂਜ਼ਰ ਦੇ ਨੇੜੇ ਹੁੰਦਾ ਹੈ। ਐਪਲੀਕੇਸ਼ਨ ਸੌਫਟਵੇਅਰ ਦੇ ਨੇੜੇ ਸਿਸਟਮ ਸੌਫਟਵੇਅਰ ਹੁੰਦਾ ਹੈ। ਸਿਸਟਮ ਸੌਫਟਵੇਅਰ ਦੇ ਨੇੜੇ ਹਾਰਡਵੇਅਰ ਹੁੰਦਾ ਹੈ। ਸੋ ਸਿਸਟਮ ਸੌਫਟਵੇਅਰ ਕੀ ਹੁੰਦੇ ਹਨ? ਕੰਪਿਊਟਰ ਦੇ ਸਾਰੇ ਕੰਮਾਂ ਕਾਰਾਂ ਨੂੰ ਕੰਟਰੋਲ ਕਰਨ ਲਈ ਜਿਹੜੇ ਸੌਫਟਵੇਅਰ ਵਰਤੇ ਜਾਂਦੇ ਹਨ ਉਹਨਾਂ ਨੂੰ ਸਿਸਟਮ ਸੌਫਟਵੇਅਰ ਕਿਹਾ ਜਾਂਦਾ ਹੈ। ਸਿਸਟਮ ਸੌਫਟਵੇਅਰ ਤੋਂ ਬਿਨਾਂ ਐਪਲੀਕੇਸ਼ਨ ਸੌਫਟਵੇਅਰ ਕੰਮ ਨਹੀਂ ਕਰ ਸਕਦੇ। ਸਿਸਟਮ ਸੌਫਟਵੇਅਰ ਲਈ ਕਈ ਕਿਸਮਾਂ ਦੇ ਹੁੰਦੇ ਹਨ, ਜਿਵੇਂ ਆਪਰੇਟਿੰਗ ਸਿਸਟਮ, ਭਾਸ਼ਾ ਟਰਾਂਸਲੇਟਰ, ਯੂਟਿਲਿਟੀ ਪ੍ਰੋਗਰਾਮ ਆਦਿ। ਐਪਲੀਕੇਸ਼ਨ ਸੌਫਟਵੇਅਰ ਯੂਜ਼ਰ ਦੇ ਕਿਸੇ ਖਾਸ ਕੰਮ ਕਰਨ ਲਈ ਜਿਹੜੇ ਸੌਫਟਵੇਅਰ ਵਰਤੇ ਜਾਂਦੇ ਹਨ ਉਹਨਾਂ ਨੂੰ ਐਪਲੀਕੇਸ਼ਨ ਸੌਫਟਵੇਅਰ ਕਿਹਾ ਜਾਂਦਾ ਹੈ। ਸਿਸਟਮ ਸੌਫਟਵੇਅਰ ਤੋਂ ਬਿਨਾਂ ਐਪਲੀਕੇਸ਼ਨ ਸੌਫਟਵੇਅਰ ਕੰਮ ਨਹੀਂ ਕਰ ਸਕਦੇ। ਉਦਾਹਰਨ ਲਈ ਮਾਈਕਰੋਸਾਫਟ ਵਰਡ, ਐਕਸਲ, ਪਾਵਰਪੁਆਇੰਟ, ਐਕਸੈਸ, ਵੈਬ ਬਰਾਊਜ਼ਰ ਆਦਿ। ਆਫਿਸ ਟੂਲਸ ਇਹ ਉਹ ਪ੍ਰੋਗਰਾਮ ਹੁੰਦੇ ਹਨ ਜੋ ਯੂਜ਼ਰ ਨੂੰ ਆਪਣੇ ਦਫ਼ਤਰੀ ਕੰਮਾਂ ਕਾਰਾਂ ਵਿੱਚ ਵਧੇਰੇ ਕੁਸ਼ਲ ਬਣਾਉਣ ਲਈ ਬਣਾਏ ਗਏ ਹਨ। ਇਹ ਪ੍ਰੋਗਰਾਮ ਐਪਲੀਕੇਸ਼ਨ ਪ੍ਰੋਗਰਾਮ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹਨਾਂ ਟੂਲਸ ਦੀ ਰੇਂਜ ਵਰਡ ਪ੍ਰੋਸੈਸਿੰਗ ਤੋਂ ਸਪਰੈਡਸ਼ੀਟ, ਪ੍ਰੈਜੈਂਟੇਸ਼ਨ ਅਤੇ ਡੇਟਾਬੇਸ ਆਦਿ ਤੱਕ ਹੈ। ਮਾਈਕਰੋਸਾਫਟ ਵਰਡ ਇਹ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਇੱਕ ਵਰਡ ਪ੍ਰੋਸੈਸਿੰਗ ਟੂਲ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੇ ਡਾਕੂਮੈਂਟ ਜਿਵੇਂ ਕਿ ਚਿੱਠੀ ਪੱਤਰ, ਦਫ਼ਤਰੀ ਪੱਤਰ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਬਣੀ ਫਾਈਲ ਦੀ ਐਕਸਟੈਂਸ਼ਨ .docx ਹੁੰਦੀ ਹੈ। ਜੋ ਪਿਆਰੇ ਬੱਚੋ, ਜੋ ਤੁਸੀਂ 2007 ਤੋਂ ਪਹਿਲਾਂ ਆਫਿਸ ਅਗਰ ਤੁਸੀਂ ਵਰਤਦੇ ਹਨ ਅਤੇ ਉਸ ਦੀ ਜਿਹੜੀ ਐਕਸਟੈਂਸ਼ਨ ਹੁੰਦੀ ਹੈ ਉਹ .doc ਹੁੰਦੀ ਹੈ, ਡੌਕ। ਸੋ ਉਸ ਤੋਂ ਬਾਅਦ 2007 ਔਰ ਉਸ ਤੋਂ ਬਾਅਦ ਜਿੰਨੇ ਵੀ MS ਆਫਿਸ ਆਏ ਉਹਨਾਂ ਦੇ ਵਿੱਚ ਐਕਸ ਪਿੱਛੇ ਲੱਗ ਗਿਆ। ਸੋ 3 ਅੱਖਰ ਦੀ ਬਜਾਏ 4 ਅੱਖਰ ਦੀ ਐਕਸਟੈਂਸ਼ਨ ਨੇਮ ਹੋ ਗਿਆ ਡੌਕਸ। ਇਹ ਸਕਰੀਨ ਦੇਖੋ, ਜਦੋਂ MS ਵਰਡ ਤੁਸੀਂ ਓਪਨ ਕਰਦੇ ਹੋ ਤੇ ਸਾਨੂੰ MS ਵਰਡ ਇਸ ਤਰ੍ਹਾਂ ਦਿਖਾਈ ਦੇਵੇਗਾ। ਮਾਈਕਰੋਸਾਫਟ ਐਕਸਲ ਇਹ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਇੱਕ ਸਪਰੈਡਸ਼ੀਟ ਟੂਲ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਗਣਿਤਕ ਗਣਨਾਵਾਂ, ਰਿਜ਼ਲਟ, ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਕੀਤਾ ਜਾਂਦਾ ਹੈ। ਇਸ ਵਿੱਚ ਬਣੀ ਫਾਈਲ ਦੀ ਐਕਸਟੈਂਸ਼ਨ .xlsx ਹੁੰਦੀ ਹੈ। ਜਿਵੇਂ ਕਿ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਸੀ, ਜਿਹੜੀ 2007 ਤੋਂ ਪਹਿਲਾਂ ਦੇ ਜਿੰਨੇ ਆਫਿਸ ਹੈ ਉਹਦੇ ਅੰਦਰ ਜਿਹੜੀ ਐਕਸਲ ਸੀ ਜਾਂ ਹੈ ਉਹਦੇ ਵਿੱਚ ਤੁਸੀਂ ਜੇ ਅਗਰ ਕੰਮ ਕਰਦੇ ਹਾਂ ਅਤੇ ਉਹਦੇ ਵਿੱਚ ਐਕਸਟੈਂਸ਼ਨ ਨੇਮ 3 ਅੱਖਰਾਂ ਦੀ ਹੋਊਗੀ .xls।
ਹੁਣ 2007 ਤੋਂ ਬਾਅਦ ਜਿੰਨੇ ਵੀ MS ਆਫਿਸ ਆਏ ਹਨ ਉਸ ਦੇ ਵਿੱਚ ਐਕਸ ਦੀ ਐਕਸਟੈਂਸ਼ਨ ਲੱਗ ਗਈ ਹੈ, ਸੋ ਇਹ 4 ਅੱਖਰਾਂ ਦਾ ਐਕਸਟੈਂਸ਼ਨ ਹੋ ਗਈ ਹੈ। ਜਦੋਂ ਤੁਸੀਂ ਮਾਈਕਰੋਸਾਫਟ ਐਕਸਲ ਨੂੰ ਖੋਲੋਗੇ ਤਾਂ ਉਹ ਇਸ ਤਰ੍ਹਾਂ ਦੀ ਸਕਰੀਨ ਦਿਖਾਈ ਦੇਵੇਗੀ, ਜੋ ਕਿ ਸਪਰੈਡਸ਼ੀਟ ਜਿਸ ਨੂੰ ਕਿਹਾ ਜਾਂਦਾ ਹੈ ਰੋ ਅਤੇ ਕਾਲਮ ਦੇ ਵਿੱਚ ਉਹ ਡਿਵਾਈਡ ਹੁੰਦੀ ਹੈ। ਮਾਈਕਰੋਸਾਫਟ ਪਾਵਰ ਪੁਆਇੰਟ, ਇਹ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਇੱਕ ਪ੍ਰੈਜੈਂਟੇਸ਼ਨ ਟੂਲ ਹੈ। ਇਸ ਦੀ ਵਰਤੋਂ ਕਿਸੇ ਵਿਸ਼ੇ ਜਾਂ ਵਿਚਾਰ ਨੂੰ ਇੱਕ ਵਧੀਆ ਅਤੇ ਪ੍ਰਭਾਵਸ਼ਾਲੀ ਪ੍ਰਸਤੁਤੀ ਨਾਲ ਪੇਸ਼ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਬਣੀ ਫਾਈਲ ਦੀ ਐਕਸਟੈਂਸ਼ਨ .pptx ਹੁੰਦੀ ਹੈ। ਸੋ ਪਿਆਰੇ ਬੱਚੋ, ਧਿਆਨ ਨਾਲ ਫਿਰ ਉਸ ਚੀਜ਼ ਨੂੰ ਯਾਦ ਕਰੋ ਜਦੋਂ ਮੈਂ ਤੁਹਾਨੂੰ ਕਿਹਾ ਸੀ MS ਆਫਿਸ ਤੋਂ ਪਹਿਲਾਂ ਜਿਹੜਾ ਵੀ MS ਆਫਿਸ ਦੇ ਟੂਲਸ ਸੀ ਉਸ ਦੀ ਐਕਸਟੈਂਸ਼ਨ 3 ਅੱਖਰਾਂ ਦੀ ਹੁੰਦੀ ਸੀ। ਸੋ ਇਸ ਦੀ ਵੀ ਐਕਸਟੈਂਸ਼ਨ .ppt ਹੋਊਗੀ ਅਗਰ 2007 ਤੋਂ ਪਹਿਲਾਂ ਤੁਸੀਂ ਮਾਈਕਰੋਸਾਫਟ ਪਾਵਰ ਪੁਆਇੰਟ ਵਿੱਚ ਕੰਮ ਕਰਦੇ ਹੋ ਤਾਂ। ਜਦੋਂ ਤੁਸੀਂ ਮਾਈਕਰੋਸਾਫਟ ਪਾਵਰ ਪੁਆਇੰਟ ਖੋਲ੍ਹਦੇ ਹਾਂ ਤਾਂ ਕੁਝ ਪਿਕਚਰ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ। ਤਸਵੀਰ ਇਸ ਦੇ ਵਿੱਚ ਦੇਖੋ ਧਿਆਨ ਨਾਲ। ਮਾਈਕਰੋਸਾਫਟ ਐਕਸੈਸ, ਇਹ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਇੱਕ ਡਾਟਾਬੇਸ ਟੂਲ ਹੈ। ਇਸ ਦੀ ਵਰਤੋਂ ਕਿਸੇ ਸੰਸਥਾ ਨਾਲ ਸੰਬੰਧਿਤ ਡਾਟੇ ਨੂੰ ਪ੍ਰਬੰਧਿਤ ਕਰਨ ਅਤੇ ਉਸ ਉੱਪਰ ਕੰਮ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਬਣੀ ਫਾਈਲ ਦੀ ਐਕਸਟੈਂਸ਼ਨ .accdb ਹੁੰਦੀ ਹੈ। ਸੋ ਇਸ ਧਿਆਨ ਨਾਲ ਦੇਖੋ, ਇਸ ਦੇ ਵਿੱਚ ਜੋ 2007 ਤੋਂ ਪਹਿਲਾਂ ਸੀ ਉਸ ਦੇ ਵਿੱਚ DB1 DB2 ਇਸ ਤਰ੍ਹਾਂ ਦੀ ਐਕਸਟੈਂਸ਼ਨ ਹੁੰਦੀ ਸੀ। ਸੋ ਪਿਆਰੇ ਬੱਚੋ, MS ਐਕਸੈਸ ਜਿਹੜਾ ਹੈ ਇਹ ਇੱਕ ਅਕਾਊਂਟ ਸੌਫਟਵੇਅਰ ਤਿਆਰ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਕਾਊਂਟਸ ਨੂੰ ਮੇਨਟੇਨ ਕਰਨ ਲਈ ਦੁਕਾਨਾਂ ਦੇ ਵਿੱਚ ਹਿਸਾਬ ਕਿਤਾਬ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਦੁਕਾਨਾਂ ਦੇ ਵਿੱਚ ਇਸ ਦੀ ਜ਼ਰੂਰਤ ਪੈਂਦੀ ਹੈ, ਬੈਂਕ ਦੇ ਵਿੱਚ ਇਸ ਦੀ ਜ਼ਰੂਰਤ ਪੈਂਦੀ ਹੈ, ਹੌਸਪੀਟਲ ਦੇ ਅੰਦਰ ਇਸ ਦੀ ਜ਼ਰੂਰਤ ਪੈਂਦੀ ਹੈ, ਸਕੂਲ ਦੇ ਕਲੈਰੀਕਲ ਕੰਮ ਲਈ ਵੀ ਇਸ ਦੀ ਜ਼ਰੂਰਤ ਪੈਂਦੀ ਹੈ। ਦੁਕਾਨਾਂ ਦੇ ਅੰਦਰ ਜਿੰਨਾ ਵੀ ਸਮਾਨ ਹੁੰਦਾ ਉਸ ਨੂੰ ਮੇਨਟੇਨ ਕਰਨ ਲਈ ਇਸ ਦੀ ਜ਼ਰੂਰਤ ਪੈਂਦੀ ਹੈ। ਸੋ ਇਹ ਵੀ ਤਕਰੀਬਨ ਬਹੁਤ ਜ਼ਿਆਦਾ ਹੀ ਵਰਤੋਂ ਵਿੱਚ ਹੈ। ਜਦੋਂ ਮਾਈਕਰੋਸਾਫਟ ਆਫਿਸ ਐਕਸੈਸ ਨੂੰ ਅਸੀਂ ਖੋਲ੍ਹਦੇ ਹਾਂ ਤਾਂ ਉਸ ਦੇ ਵਿੱਚ ਬਲੈਂਕ ਡਾਟਾਬੇਸ ਆਉਂਦਾ ਹੈ। ਇਸ ਉੱਤੇ ਕਲਿੱਕ ਕਰਕੇ ਇਸ ਨੂੰ ਖੋਲ੍ਹਿਆ ਜਾ ਸਕਦਾ ਹੈ। ਡਾਟਾਬੇਸ ਸੌਫਟਵੇਅਰ ਕੀ ਹਨ, ਇਸ ਦੇ ਵਿੱਚ ਧਿਆਨ ਨਾਲ ਦੇਖੋ। ਇਹ ਇੱਕ ਆਫਿਸ ਪ੍ਰੋਡਕਟਿਵਿਟੀ ਟੂਲ ਹੈ। ਇਸ ਟੂਲ ਦਾ ਉਦੇਸ਼ ਡਾਟੇ ਨੂੰ ਸੰਗਠਿਤ ਕਰਨ ਅਤੇ ਪ੍ਰਬੰਧਿਤ ਕਰਨਾ ਹੁੰਦਾ ਹੈ। ਡਾਟਾਬੇਸ ਸੰਬੰਧਿਤ ਡਾਟੇ ਦਾ ਸੰਗ੍ਰਹਿ ਹੈ। ਸੰਸਥਾਵਾਂ ਜਾਂ ਕੰਪਨੀਆਂ ਆਪਣਾ ਡਾਟਾ ਸਟੋਰ ਕਰਨ ਲਈ ਇਹਨਾਂ ਸੌਫਟਵੇਅਰ ਦੀ ਵਰਤੋਂ ਕਰਦੀਆਂ ਹਨ। MS ਐਕਸੈਸ ਔਰ ਐਕਲ ਆਦਿ ਡਾਟਾਬੇਸ ਸੌਫਟਵੇਅਰ ਦੀਆਂ ਉਦਾਹਰਨਾਂ ਹਨ। ਮਲਟੀਮੀਡੀਆ ਸੌਫਟਵੇਅਰ, ਮਲਟੀਮੀਡੀਆ ਇੱਕ ਤੋਂ ਵੱਧ ਮੀਡੀਆ ਦੇ ਸੁਮੇਲ ਨਾਲ ਬਣਦਾ ਹੈ। ਮਲਟੀਮੀਡੀਆ ਦੇ 5 ਮੁੱਖ ਤੱਤ ਹੁੰਦੇ ਹਨ: ਟੈਕਸਟ, ਪਿਕਚਰ, ਆਡੀਓ, ਵੀਡੀਓ ਅਤੇ ਐਨੀਮੇਸ਼ਨ। ਮਲਟੀਮੀਡੀਆ ਸੌਫਟਵੇਅਰ ਯੂਜ਼ਰ ਨੂੰ ਇਹ ਤੱਤਾਂ ਦੀ ਵਰਤੋਂ ਨਾਲ ਆਡੀਓ ਵੀਡੀਓ ਫਾਈਲ ਬਣਾਉਣ ਵਿੱਚ ਮਦਦ ਕਰਦੇ ਹਨ। ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਮਲਟੀਮੀਡੀਆ ਟੂਲ ਦੇ ਉਦਾਹਰਣ ਹਨ। MS ਵਰਡ ਵਿੱਚ ਕੁਝ ਮਹੱਤਵਪੂਰਨ ਕੰਮ। ਹੁਣ ਅਸੀਂ MS ਵਰਡ ਵਿੱਚ ਹੇਠ ਲਿਖੇ ਕੰਮਾਂ ਬਾਰੇ ਸਿੱਖਾਂਗੇ। ਇਸ ਦੇ ਵਿੱਚ ਮਾਰਜਨ ਕਿਵੇਂ ਸੈੱਟ ਹੁੰਦਾ ਹੈ, ਮਾਰਜਨ ਨੂੰ ਸੈੱਟ ਕਰਨਾ ਸਿੱਖਾਂਗੇ। ਪੇਜ ਓਰੀਐਂਟੇਸ਼ਨ ਕੀ ਹੁੰਦੀ ਹੈ, ਉਸ ਨੂੰ ਸੈੱਟ ਕਿਵੇਂ ਕੀਤਾ ਜਾਂਦਾ ਹੈ। ਪ੍ਰਿੰਟ ਪ੍ਰੀਵਿਊ ਨੂੰ ਦੇਖਣਾ ਅਤੇ ਸਪੈਲਿੰਗ ਅਤੇ ਗ੍ਰਾਮਰ ਨੂੰ ਚੈੱਕ ਕਰਨਾ। ਸੋ ਪਿਆਰੇ ਬੱਚੋ, ਮਾਰਜਨ ਕੀ ਹੁੰਦਾ ਹੈ? ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਨੂੰ ਮਾਰਜਨ ਕਿਹਾ ਜਾਂਦਾ ਹੈ। ਇਹ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵੀ ਇਸ ਦੀ ਵਰਤੋਂ ਕਰਦੇ ਹੋ। ਜਦੋਂ ਤੁਸੀਂ ਕਿਸੇ ਵੀ ਪੇਜ ਦਾ ਮਾਰਜਨ ਲੈਫਟ ਸਾਈਡ ਜਾਂ ਰਾਈਟ ਸਾਈਡ ਜਾਂ ਉੱਪਰ ਜਾਂ ਨੀਚੇ ਉਸ ਨੂੰ ਪੈਨਸਲ ਨਾਲ ਲਾਈਨ ਮਾਰਦੇ ਹੋ ਤੇ ਉਹ ਤੁਹਾਡਾ ਮਾਰਜਨ ਹੋ ਜਾਂਦਾ ਹੈ। ਇਹ ਮਾਰਜਨ ਪੇਜ ਦੇ ਚਾਰੇ ਪਾਸੇ ਖੱਬੇ, ਸੱਜੇ, ਉੱਪਰ ਅਤੇ ਨੀਚੇ ਸੈੱਟ ਹੁੰਦਾ ਹੈ। ਇਸ ਨੂੰ ਆਪਣੀ ਜ਼ਰੂਰਤ ਦੇ ਮੁਤਾਬਿਕ ਅਸੀਂ ਸੈੱਟ ਕਰਦੇ ਹਾਂ। ਜਦੋਂ ਤੁਸੀਂ ਮਾਰਜਨ ਨੂੰ ਸੈੱਟ ਕਰਨਾ ਹੈ ਤਾਂ ਸਾਨੂੰ ਪੇਜ ਲੇਆਊਟ ਦੇ ਵਿੱਚ ਜਾਣਾ ਪਏਗਾ।
ਔਰ ਉਸ ਤੋਂ ਬਾਅਦ ਤੁਹਾਡੀ ਪੇਜ ਸੈਟਅਪ ਦੇ ਵਿੱਚ ਇਹ ਆਪਸ਼ਨ ਮਿਲੂਗੀ। ਇਸ ਪਿਕਚਰ ਨੂੰ ਧਿਆਨ ਨਾਲ ਦੇਖੋ। ਇਸ ਤਰ੍ਹਾਂ ਆਪਾਂ ਪੇਜ ਟੌਪ ਮਾਰਜਨ, ਲੈਫਟ ਮਾਰਜਨ, ਰਾਈਟ ਮਾਰਜਨ, ਬੋਟਮ ਮਾਰਜਨ, ਪੋਰਟਰੇਟ ਔਰ ਲੈਂਡਸਕੇਪ ਇਹਨੂੰ ਅਸੀਂ ਇਸ ਤੋਂ ਸੈੱਟ ਕਰ ਸਕਦੇ ਹਾਂ। ਪੇਜ ਓਰੀਐਂਟੇਸ਼ਨ। ਪੇਜ ਓਰੀਐਂਟੇਸ਼ਨ ਕੀ ਹੁੰਦੀ ਹੈ? ਪੇਜ ਓਰੀਐਂਟੇਸ਼ਨ ਦਾ ਮਤਲਬ ਪੇਜ ਦੀ ਖੜਵੀਂ ਜਾਂ ਲੇਟਵੀਂ ਦਿਸ਼ਾ ਨੂੰ ਸੈੱਟ ਕਰਨਾ। ਸੋ ਆਪਣਾ ਪੇਜ ਆਪਾਂ ਪੇਜ ਦੇ ਉੱਤੇ ਦੋ ਤਰ੍ਹਾਂ ਲਿਖਦੇ ਹਾਂ, ਜਾਂ ਤਾਂ ਉਸ ਨੂੰ ਖੜਵੀਂ ਦਿਸ਼ਾ ਵੱਲ ਲਿਖਦੇ ਹਾਂ ਜਾਂ ਉਸ ਨੂੰ ਲੇਟਵੀਂ ਦਿਸ਼ਾ ਵੱਲ ਲਿਖਦੇ ਹਾਂ। ਸੋ ਆਪਾਂ ਉਸ ਨੂੰ ਪੇਜ ਨੂੰ ਜਿਹੜੀ ਖੜਵੀਂ ਦਿਸ਼ਾ ਹੈ ਉਸ ਨੂੰ ਪੋਰਟਰੇਟ ਅਤੇ ਜੋ ਲੇਟੀ ਹੋਈ ਦਿਸ਼ਾ ਹੈ ਉਸ ਨੂੰ ਅਸੀਂ ਲੈਂਡਸਕੇਪ ਕਹਿੰਦੇ ਹਨ। ਪਿਕਚਰ ਦੇ ਵਿੱਚ ਤੁਹਾਨੂੰ ਪੋਰਟਰੇਟ ਓਰੀਐਂਟੇਸ਼ਨ ਦਿਖਾਈ ਦੇਵੇਗੀ। ਸੋ ਇਸ ਦੇ ਲੈਫਟ ਸਾਈਡ ਤੁਹਾਨੂੰ ਲੈਂਡਸਕੇਪ ਓਰੀਐਂਟੇਸ਼ਨ ਦਿਖਾਈ ਦੇਵੇਗੀ ਸੇਮ ਪੇਜ ਦੇ ਸਾਈਜ਼ ਦੀ। ਪੇਜ ਓਰੀਐਂਟੇਸ਼ਨ, ਪੇਜ ਦੀ ਖੜਵੀਂ ਦਿਸ਼ਾ ਤੁਹਾਡੀ ਪੋਰਟਰੇਟ ਹੋਗੀ, ਪੇਜ ਦੀ ਲੇਟਵੀਂ ਦਿਸ਼ਾ ਤੁਹਾਡੀ ਲੈਂਡਸਕੇਪ ਹੋਗੀ। ਪੇਜ ਲੇਆਊਟ ਟੈਬ ਓਰੀਐਂਟੇਸ਼ਨ। ਪੇਜ ਲੇਆਊਟ ਦੇ ਵਿੱਚ ਜਦੋਂ ਤੁਸੀਂ ਕਲਿੱਕ ਕਰਦੇ ਹੋ ਤੇ ਓਰੀਐਂਟੇਸ਼ਨ, ਉਸ ਤੋਂ ਬਾਅਦ ਪੋਰਟਰੇਟ ਜਾਂ ਲੈਂਡਸਕੇਪ ਜੋ ਤੁਸੀਂ ਸਿਲੈਕਸ਼ਨ ਕਰਨੀ ਹੈ ਪੇਜ ਉਸ ਤਰ੍ਹਾਂ ਵਿਖਾਈ ਦੇਵੇਗਾ। ਇਹ ਤੁਹਾਡੀ ਦੂਸਰੀ ਆਪਸ਼ਨ ਦੇ ਥਰੂ ਕਰ ਸਕਦੇ ਹੋ ਇਸ ਨੂੰ। ਪ੍ਰਿੰਟ ਪ੍ਰੀਵਿਊ ਕੀ ਹੈ? ਅਸੀਂ ਆਪਣੇ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਵੀ ਦੇਖ ਸਕਦੇ ਹਾਂ ਉਹ ਪ੍ਰਿੰਟ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ। ਪ੍ਰਿੰਟ ਪ੍ਰੀਵਿਊ ਕਮਾਂਡ ਇਸ ਕੰਮ ਲਈ ਵਰਤੀ ਜਾਂਦੀ ਹੈ। ਜਦੋਂ ਅਸੀਂ ਫਾਈਲ ਮੈਨੂ ਵਿੱਚ ਪ੍ਰਿੰਟ ਆਪਸ਼ਨ ਤੇ ਕਲਿੱਕ ਕਰਦੇ ਹਾਂ ਤੇ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਫਾਈਲ ਟੈਬ। ਸੋ ਇਸ ਤਰ੍ਹਾਂ ਅਸੀਂ ਫਾਈਲ ਦੇ ਵਿੱਚ ਜਾ ਕੇ ਪ੍ਰਿੰਟ ਦੇ ਵਿੱਚ ਜਾ ਕੇ ਪ੍ਰਿੰਟ ਪ੍ਰੀਵਿਊ ਵੀ ਦੇਖ ਸਕਦੇ ਹਾਂ। ਸੋ ਇਸ ਪਿਕਚਰ ਦੇ ਵਿੱਚ ਜੋ ਇਸ ਤਸਵੀਰ ਦੇ ਵਿੱਚ ਜਿਸ ਤਰ੍ਹਾਂ ਦਾ ਦਿਖਾਈ ਦੇਵੇਗਾ ਕਿ ਉਹ ਪੇਜ ਇਸ ਤਰ੍ਹਾਂ ਪ੍ਰਿੰਟ ਨਿਕਲੇਗਾ। ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨਾ। MS ਵਰਡ ਸਾਡੇ ਡਾਕੂਮੈਂਟ ਵਿੱਚ ਸਪੈਲਿੰਗ ਅਤੇ ਗ੍ਰਾਮਰ ਨਾਲ ਸੰਬੰਧਿਤ ਗਲਤੀਆਂ ਆਪਣੇ ਆਪ ਚੈੱਕ ਕਰਦਾ ਹੈ। ਇਹ ਗਲਤ ਸਪੈਲਿੰਗ ਹੇਠ ਆਪਣੇ ਆਪ ਲਾਲ ਰੰਗ ਦੀ ਵੇਵੀ ਲਾਈਨ ਦਰਸਾਉਂਦਾ ਹੈ। ਗ੍ਰਾਮਰ ਨਾਲ ਅਗਰ ਸੰਬੰਧਿਤ ਕੋਈ ਗਲਤੀ ਹੋਵੇ ਤੇ ਹਰੇ ਰੰਗ ਦੀ ਲਾਈਨ ਨੂੰ ਦਰਸਾਈ ਜਾਂਦੀ ਹੈ। ਸੋ ਇਸ ਪਿਕਚਰ ਵਿੱਚ ਦੇਖੋ ਕੰਪਿਊਟਰ ਅਤੇ R ਦੇ ਵਿੱਚ ਦੋ ਵਾਰ ਸਪੇਸ ਪ੍ਰੈਸ ਕੀਤਾ ਗਿਆ ਜੋ ਕਿ ਗ੍ਰਾਮੈਟਿਕਲੀ ਮਿਸਟੇਕ ਹੈ। ਇਸ ਤੋਂ ਨੈਕਸਟ ਇਲੈਕਟ੍ਰੋਨਿਕ ਦੇ ਜੋ ਵਰਡ ਹੈ ਉਸ ਦੇ ਸਪੈਲਿੰਗ ਗਲਤ ਹੈ। ਸੋ ਇਸ ਲਈ ਇਸ ਦੇ ਨੀਚੇ ਰੈਡ ਲਾਈਨ ਲਗਾ ਰਿਹਾ ਹੈ। ਸੋ ਨੈਕਸਟ ਟੌਪਿਕ ਰਿਵਿਊ ਟੈਬ। ਸਪੈਲਿੰਗ ਅਤੇ ਗ੍ਰਾਮਰ ਨੂੰ ਚੈੱਕ ਕਰਨਾ। MS ਵਰਡ ਇਹਨਾਂ ਗਲਤੀਆਂ ਨੂੰ ਠੀਕ ਕਰਨ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ। ਰਿਵਿਊ ਟੈਬ ਵਿੱਚ ਸਪੈਲਿੰਗ ਐਂਡ ਗ੍ਰਾਮਰ ਆਪਸ਼ਨ ਦੀ ਮਦਦ ਨਾਲ ਇਹਨਾਂ ਗਲਤੀਆਂ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਸੋ ਪਿਆਰੇ ਬੱਚੋ, ਇਹ ਆਪਸ਼ਨ ਸਾਨੂੰ ਸੰਬੰਧਿਤ ਗਲਤੀ ਨੂੰ ਠੀਕ ਕਰਨ ਲਈ ਵੱਖ-ਵੱਖ ਸੁਝਾਅ ਵੀ ਪ੍ਰਦਾਨ ਕਰਦੀ ਹੈ। ਸਪੈਲਿੰਗ ਐਂਡ ਗ੍ਰਾਮਰ ਗਲਤੀਆਂ ਨੂੰ ਠੀਕ ਕਰਨਾ। ਫਾਈਲ ਮੈਨੂ ਦੇ ਵਿੱਚ ਜਾ ਕੇ ਤੁਸੀਂ ABC ਆਪਸ਼ਨ ਸਪੈਲਿੰਗ ਐਂਡ ਗ੍ਰਾਮਰ ਰਿਵਿਊ ਤੇ ਕਲਿੱਕ ਕਰਨਾ ਹੈ। ਜੋ ਪਿਕਚਰ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਵੇਲੇ, ਇਸ ਤਰ੍ਹਾਂ ਇਸ ਨੇ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਇਲੈਕਟ੍ਰੋਨਿਕ ਦੇ ਸਪੈਲਿੰਗ ਉੱਪਰ ਤੁਹਾਡੇ ਗਲਤ ਸਪੈਲਿੰਗ ਔਰ ਨੀਚੇ ਸੁਜੈਸ਼ਨ ਦੇ ਵਿੱਚ ਇਸ ਨੇ ਸਹੀ ਸਪੈਲਿੰਗ ਦੇਣੇ ਹੈ। ਅਗਰ ਤਾਂ ਤੁਸੀਂ ਇਗਨੋਰ ਕਰਨਾ ਹੈ ਤਾਂ ਇਗਨੋਰ ਵਨਸ ਇਗਨੋਰ ਆਲ ਤੇ ਕਲਿੱਕ ਕਰ ਦਿਓ। ਅਗਰ ਉਸ ਨੂੰ ਠੀਕ ਕਰਨਾ ਹੈ ਤਾਂ ਚੇਂਜ ਔਰ ਚੇਂਜ ਆਲ ਦੇ ਉੱਤੇ ਕਲਿੱਕ ਕਰ ਦਿਓ। ਸੋ ਨੈਕਸਟ ਟੌਪਿਕ ਪੇਜ ਬ੍ਰੇਕ। ਪੇਜ ਬ੍ਰੇਕ ਦੀ ਵਰਤੋਂ ਨਵਾਂ ਪੇਜ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਅਸੀਂ Ctrl+Enter ਸ਼ਾਰਟਕਟ ਕੀ ਦੀ ਵਰਤੋਂ ਨਾਲ ਪੇਜ ਬ੍ਰੇਕ ਦਾਖਲ ਕਰ ਸਕਦੇ ਹਾਂ। ਇਸ ਨੂੰ ਇਨਸਰਟ ਟੈਬ ਦੀ ਮਦਦ ਨਾਲ ਵੀ ਦਾਖਲ ਕੀਤਾ ਜਾ ਸਕਦਾ ਹੈ। ਅਸੀਂ ਨਵੇਂ ਪੇਜ ਨੂੰ ਇਸ ਜਗ੍ਹਾ ਦੇ ਉੱਤੇ ਸ਼ੁਰੂ ਕਰਨਾ ਚਾਹੁੰਦੇ ਹਾਂ ਤੇ ਉੱਥੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਸੀਂ ਇਨਸਰਟ ਟੈਬ ਤੇ ਕਲਿੱਕ ਕਰੋ। ਨੰਬਰ 3 ਸਟੈਪ ਲੈਣਾ ਹੈ, ਪੇਜ ਗਰੁੱਪ ਵਿੱਚ ਪੇਜ ਬ੍ਰੇਕ ਤੇ ਕਲਿੱਕ ਕਰੋ। ਸੋ ਇਸ ਤੋਂ ਬਾਅਦ ਤੁਹਾਨੂੰ ਪੇਜ ਬ੍ਰੇਕ ਦਾਖਲ ਹੋ ਜਾਵੇਗੀ। ਪੇਜ ਬ੍ਰੇਕ ਕੁਛ ਇਸ ਤਰ੍ਹਾਂ ਦਿਖਾਈ ਦੇਵੇਗੀ, ਜਿਸ ਤਰ੍ਹਾਂ ਜੋ ਪਿਕਚਰ ਤੁਹਾਨੂੰ ਦਿਖਾਈ ਦੇ ਰਹੀ ਹੈ। ਸੋ ਕੁਛ ਅਸੀਂ ਪ੍ਰਸ਼ਨ ਅੱਜ ਕਰਾਂਗੇ। ਜੋ ਅਸੀਂ ਕੰਮ ਕੀਤਾ ਹੈ ਉਸ ਦੇ ਕੁਝ ਪ੍ਰਸ਼ਨਾਂ ਦਾ ਉਸ ਆਨਸਰ ਵੀ ਦੇਵਾਂਗੇ। ਸੋ ਨੰਬਰ 1, ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ? ਸੋ ਪਿਆਰੇ ਬੱਚੋ, ਸੋਚੋ। ਤੁਸੀਂ ਠੀਕ ਸੋਚਿਆ, ਸਪਰੈਡਸ਼ੀਟ। ਜਦੋਂ ਅਸੀਂ ਇੱਕ ਪੰਨੇ ਦੇ ਡੈਸ਼ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ। ਸੋ ਦੱਸੋ ਬੱਚਿਓ, ਤੁਸੀਂ ਸਹੀ ਦੱਸੋਗੇ, ਮੈਨੂੰ ਆਸ ਹੈ। ਐਂਡ ਇਸ ਆਪਸ਼ਨ, ਇਹ ਸਹੀ ਆਪਸ਼ਨ ਹੈ। ਸੋ ਪ੍ਰਸ਼ਨ ਨੰਬਰ 3, ਜਦੋਂ ਅਸੀਂ ਆਪਣੇ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਦੇ ਹੇਠਾਂ ਵੇਵ ਲਾਈਨ ਆ ਜਾਣਗੀਆਂ। ਸੋ ਪਿਆਰੇ ਬੱਚੋ, ਇਸ ਦਾ ਆਨਸਰ ਦਿਓ, ਮੈਨੂੰ ਆਸ ਹੈ ਤੁਸੀਂ ਸਹੀ ਦੇਵੋਗੇ। ਸੋ ਰੈਡ ਲਾਈਨ, ਲਾਲ ਲਾਈਨ ਜਿਸ ਨੂੰ ਅਸੀਂ ਕਹਿੰਦੇ ਹਾਂ, ਗਲਤ ਸਪੈਲਿੰਗ ਦੇ ਹੇਠਾਂ ਲਾਲ ਲਾਈਨ ਆਉਂਦੀ ਹੈ। ਨੰਬਰ 4, ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿੱਚ ਐਂਟਰੈਂਸ ਪਲੱਸ ਐਗਜ਼ਿਟ ਅਤੇ ਐਗਜ਼ਿਟ ਸ਼ਾਮਿਲ ਹੁੰਦੇ ਹਨ। ਇਸ ਦਾ ਆਨਸਰ ਸੋਚੋ, ਤੁਸੀਂ ਸਹੀ ਦੇਵੋਗੇ। ਐਨੀਮੇਸ਼ਨ ਇਸ ਦਾ ਸਹੀ ਆਨਸਰ ਹੈ। ਨੰਬਰ 5, ਡੈਸ਼ ਪੇਜ ਦੇ ਕਿਨਾਰਿਆਂ ਤੇ ਖਾਲੀ ਥਾਂ ਹੁੰਦੀ ਹੈ। ਸੋਚੋ ਅਤੇ ਦੱਸੋ। ਮਾਰਜਨ ਇਸ ਦਾ ਸਹੀ ਆਨਸਰ ਹੈ। ਸੋ ਅਗਲਾ ਪ੍ਰਸ਼ਨਾਂ ਦਾ ਜਵਾਬ ਦਿਓ। ਕੰਪਿਊਟਰ ਸੌਫਟਵੇਅਰ ਨੂੰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਡੈਸ਼ ਅਤੇ ਡੈਸ਼। ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਇਸ ਦਾ ਸਹੀ ਉੱਤਰ ਹੈ। ਨੰਬਰ 2, ਡਾਟਾਬੇਸ ਸੌਫਟਵੇਅਰ ਸੰਬੰਧਿਤ ਡਾਟੇ ਦਾ ਸੰਗ੍ਰਹਿ ਹੈ। ਇਸ ਟੂਲ ਦੀ ਉਦੇਸ਼ ਡੈਸ਼ ਅਤੇ ਡੈਸ਼ ਹੈ। ਇਸ ਦਾ ਆਨਸਰ ਜਲਦੀ ਸੋਚੋ। ਆਰਗੇਨਾਈਜ਼ ਅਤੇ ਮੈਨੇਜ ਸਹੀ ਆਨਸਰ। ਨੰਬਰ 3, ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ਡੈਸ਼ ਜਾਂ ਡੈਸ਼ ਓਰੀਐਂਟੇਸ਼ਨ ਦੀ ਚੋਣ ਕਰਦੇ ਹਾਂ। ਸੋਚੋ। ਤੁਸੀਂ ਸਹੀ ਸੋਚਿਆ, ਪੋਰਟਰੇਟ ਅਤੇ ਲੈਂਡਸਕੇਪ। ਨੰਬਰ 4, ਪਾਵਰਪੁਆਇੰਟ ਦੁਆਰਾ ਸਮਰਥਿਤ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ ਡੈਸ਼। ਇਸ ਦਾ ਉੱਤਰ ਜਲਦੀ ਸੋਚੋ। .if, .bmp, .jpg, .gif, ਜਿਫ ਇਸ ਦਾ ਸਹੀ ਆਨਸਰ ਹੈ। ਪ੍ਰਸ਼ਨ 5, ਮਲਟੀਮੀਡੀਆ ਸੌਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ਡੈਸ਼ ਅਤੇ ਡੈਸ਼ ਬਣਾਉਣ ਦੀ
ਆਗਿਆ ਦਿੰਦੇ ਹਨ। ਪਿਆਰੇ ਬੱਚੋ ਜਲਦੀ ਸੋਚੋ। ਆਡੀਓ ਅਤੇ ਵੀਡੀਓ ਇਸ ਦਾ ਸਹੀ ਆਨਸਰ ਹੈ। ਸੋ ਅੱਜ ਸਪਰੈਡਸ਼ੀਟ ਟੂਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ। ਸਹੀ ਜਾਂ ਗਲਤ ਇਸ ਦਾ ਉੱਤਰ ਜਲਦੀ ਸੋਚੋ। ਤੁਸੀਂ ਸਹੀ ਸੋਚਿਆ। ਗਲਤ। ਨੰਬਰ 2, ਐਪਲੀਕੇਸ਼ਨ ਸੌਫਟਵੇਅਰ ਇੱਕ ਅਜਿਹਾ ਸੌਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ। ਇਸ ਦਾ ਸਹੀ ਉੱਤਰ ਸਹੀ ਹੈ। ਪ੍ਰਸ਼ਨ 3, ਅਸੀਂ ਮੌਜੂਦਾ ਟੈਬ ਨੂੰ ਰੂਲਰ ਦੇ ਨਾਲ ਵੱਖ-ਵੱਖ ਥਾਵਾਂ 'ਤੇ ਖੱਬੇ ਜਾਂ ਸੱਜੇ ਪਾਸੇ ਡਰੈਗ ਕਰ ਸਕਦੇ ਹਾਂ। ਸਹੀ ਉੱਤਰ ਦੱਸੋ। ਸਹੀ। ਨੰਬਰ 4, ਜਦੋਂ ਅਸੀਂ ਪ੍ਰਿੰਟ ਟੈਬ 'ਤੇ ਕਲਿੱਕ ਕਰਦੇ ਹਾਂ ਤੇ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਇਸ ਦਾ ਉੱਤਰ ਜਲਦੀ ਸੋਚੋ। ਸਹੀ। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। MS ਆਫਿਸ 2010 ਵਿੱਚ ਵਰਡ ਡਾਕੂਮੈਂਟ ਦੀ ਐਕਸਟੈਂਸ਼ਨ ਲਿਖੋ। ਸੋ ਪਿਆਰੇ ਬੱਚੋ ਜਲਦੀ ਸੋਚੋ। .docx ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ 2, MS ਆਫਿਸ 2010 ਵਿੱਚ ਸਪਰੈਡਸ਼ੀਟ ਦੀ ਐਕਸਟੈਂਸ਼ਨ ਲਿਖੋ। ਜਲਦੀ ਸੋਚੋ। .xlsx ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ 3, MS ਆਫਿਸ 2010 ਵਿੱਚ ਪਾਵਰਪੁਆਇੰਟ ਦੀ ਐਕਸਟੈਂਸ਼ਨ ਲਿਖੋ। ਸਹੀ ਉੱਤਰ .pptx ਹੈ। ਪ੍ਰਸ਼ਨ 4, BMP ਦਾ ਪੂਰਾ ਨਾਂ ਲਿਖੋ। ਸਹੀ ਉੱਤਰ ਬਿਟਮੈਪ ਪਿਕਚਰ ਹੈ। ਪ੍ਰਸ਼ਨ 5, PDF ਦਾ ਪੂਰਾ ਨਾਮ ਲਿਖੋ। ਸਹੀ ਉੱਤਰ ਪੋਰਟੇਬਲ ਡਾਕੂਮੈਂਟ ਫਾਰਮੈਟ ਹੈ। ਸੋ ਅਸੀਂ ਅੱਜ ਦੇ ਇਸ ਪਾਠ ਦੇ ਵਿੱਚ ਸਿੱਖਿਆ ਹੈ ਸਿਸਟਮ ਸੌਫਟਵੇਅਰ ਕੀ ਹੈ, ਡਾਟਾਬੇਸ ਸੌਫਟਵੇਅਰ ਕੀ ਹੈ, ਮਲਟੀਮੀਡੀਆ ਸੌਫਟਵੇਅਰ ਕੀ ਹਨ, ਪੇਜ ਬ੍ਰੇਕ ਕੀ ਹੈ, ਮਾਰਜਨ ਕੀ ਹੈ, ਪੇਜ ਓਰੀਐਂਟੇਸ਼ਨ ਕੀ ਹੈ, ਪ੍ਰਿੰਟ ਪ੍ਰੀਵਿਊ ਦੀ ਵਰਤੋਂ, ਪੇਜ ਬ੍ਰੇਕ ਕਿਵੇਂ ਦਾਖਲ ਕੀਤਾ ਜਾਂਦਾ ਹੈ, ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨਾ। ਸੋ ਪਿਆਰੇ ਬੱਚੋ ਅਗਰ ਤੁਸੀਂ ਇਸ ਲੈਸਨ ਵਿੱਚ ਹਜੇ ਤੱਕ ਇਹਨਾਂ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਪਾਏ ਤਾਂ ਇਸ ਲੈਸਨ ਨੂੰ ਦੁਬਾਰਾ ਦੇਖੋ ਤੇ ਤੁਹਾਨੂੰ ਸਾਰੇ ਪ੍ਰਸ਼ਨਾਂ ਦਾ ਹੱਲ ਮਿਲ ਜਾਵੇਗਾ। ਥੈਂਕ ਯੂ।